ਵੈਲਕਮ ਡੀਅਰ ਸਟੂਡੈਂਟਸ। ਅੱਜ ਆਪਾਂ ਕਰਨ ਜਾ ਰਹੇ ਹਾਂ ਐਕਟੀਵਿਟੀ 1 ਐਂਡ 2 ਅੱਜ ਦੀ ਵੀਡੀਓ ਦੇ ਵਿੱਚ, ਜੋ ਕਿ ਰਿਲੇਟਡ ਆ ਲੈਸਨ ਨੰਬਰ 9 ਚਾਰਜ ਫॉर ਲਵ ਦੇ ਨਾਲ। ਇਹ ਕਲਾਸ 8th ਦਾ ਲੈਸਨ ਹੈ ਬੇਟਾ। ਸੋ ਓਪਨ ਯੂਅਰ ਬੁੱਕਸ ਐਂਡ ਸਟਾਰਟ ਦਾ ਐਕਟੀਵਿਟੀ 1 ਐਂਡ 2। ਹਾਂਜੀ, ਪ੍ਰੀ ਰੀਡਿੰਗ ਦੀ ਐਕਟੀਵਿਟੀ ਨੰਬਰ 1, ਜਿਹਦੇ ਵਿੱਚ ਸਾਨੂੰ ਵਰਡ ਮੀਨਿੰਗਸ ਦਿੱਤੇ ਹੁੰਦੇ ਨੇ। ਇਸ ਲੈਸਨ ਦੇ ਵਿੱਚ ਕਾਫੀ ਸਾਰੇ ਨਵੇਂ ਵਰਡ ਦਿੱਤੇ ਗਏ ਨੇ, ਜਿਨ੍ਹਾਂ ਦੀ ਅਸੀਂ ਪ੍ਰੋਨਾਂਸੀਏਸ਼ਨ ਦੇਖਾਂਗੇ, ਸਪੈਲਿੰਗਸ ਦੇਖਾਂਗੇ ਔਰ ਉਹਨਾਂ ਦੇ ਲਿਖਾਂਗੇ ਮੀਨਿੰਗ। ਸੋ ਰਾਈਟ ਡਾਊਨ ਕਰਨਾ ਸ਼ੁਰੂ ਕਰੋ। ਫਸਟ ਵਰਡ ਦੇਖੋ ਬੇਟਾ, ਕੀ ਆ? ਸਾਈਨ ਬੋਰਡ। ਕੀ ਆ? ਸਾਈਨ ਬੋਰਡ। ਸਾਈਨ ਬੋਰਡ ਕੀ ਹੁੰਦਾ? ਸੂਚਨਾ ਬੋਰਡ ਜਾਂ ਸੂਚਨਾ ਜਾਂ ਸੰਕੇਤ ਪੱਟੀ ਕਹਿ ਸਕਦੇ ਹੋ, ਜਿਹਨੂੰ ਨੋਟਿਸ ਬੋਰਡ ਵੀ ਕਹਿ ਦਿੰਦੇ ਹੋ, ਜਿੱਦਾਂ ਨਾ ਜਿੱਥੇ ਕੋਈ ਸੂਚਨਾ ਦਿੱਤੀ ਗਈ ਆ, ਕੋਈ ਇਹੋ ਜਿਹੀ ਤਖਤੀ। ਜਿੱਦਾਂ ਇੱਥੇ ਆਪਾਂ ਲੈਸਨ ਦੇ ਵਿੱਚ ਦੇਖਦੇ ਹਾਂ, ਦੁਕਾਨ ਦੇ ਮੂਹਰੇ ਉਹਨਾਂ ਨੇ ਇੱਕ ਤਖਤੀ ਦੇ ਉੱਤੇ ਲਿਖ ਕੇ ਲਗਾਇਆ ਹੋਇਆ ਗਾ ਪਪੀਜ਼ ਫॉर ਸੇਲ। ਸੋ ਇੱਕ ਵਸਤੂ ਦਾ ਨਾਮ ਹੈ। ਸੋ ਇਹ ਕੀ ਹੋ ਗਿਆ ਬੇਟਾ? ਨਾਊਨ ਹੋ ਗਿਆ। ਸਾਈਨ ਬੋਰਡ ਕੀ ਆ? ਨਾਊਨ ਹੈ। ਸੋ ਮੀਨਿੰਗ ਲਿਖੋ ਇਹਦਾ, ਸੂਚਨਾ ਬੋਰਡ। ਓਕੇ, ਨੈਕਸਟ ਹੈ ਜੀ ਸਵੈਟ। ਸਵੈਟ ਦਾ ਮਤਲਬ ਹੁੰਦਾ ਪਸੀਨਾ, ਹੈ ਨਾ, ਪਸੀਨਾ ਆਉਣਾ। ਪਸੀਨਾ ਵੀ ਨਾਊਨ ਆ ਬੇਟਾ। ਨੈਕਸਟ ਵਰਡ ਆ ਹੌਬਲਿੰਗ। ਸਪੈਲਿੰਗ ਦੇਖੋ, ਹੌਬ HOB, ਠੀਕ ਆ। ਫਿਰ ਹੁਣ ਆਪਾਂ ਜੇ ਹੌਬਲਿੰਗ ਲਿਖਦੇ ਹਾਂ BBLING। ਹੌਬਲਿੰਗ ਵਰਬ ਹੈ ਇੱਕ, ਜਿਹਦਾ ਮਤਲਬ ਆ ਲੰਗੜਾ ਕੇ ਚੱਲਣਾ। ਨੈਕਸਟ ਵਰਡ ਆ ਟਵਿਸਟਡ। ਟਵਿਸਟ ਪਹਿਲਾਂ ਦੇਖੋ, TWIST, ਟਵਿਸਟ। ਫਿਰ ਮਗਰ ਲੱਗ ਗਿਆ ED, ਟਵਿਸਟਡ। ਟਵਿਸਟਡ ਮੀਨਸ ਮੁੜਿਆ ਹੋਇਆ, ਠੀਕ ਹੈ। ਚਲੋ ਫਿਰ ਅੱਗੇ ਐਡਵਰਟਾਈਜ਼। ਐਡਵਰਟਾਈਜ਼ ਮੀਨਸ ਮਸ਼ਹੂਰੀ ਕਰਨਾ। ਨੋਟ ਡਾਊਨ ਕਰੋ, ਮਸ਼ਹੂਰੀ ਕਰਨਾ। ਐਡਵਰਟਾਈਜ਼ ਕੀ ਹੈ ਬੇਟਾ? ਇਹ ਵੀ ਵਰਬ ਹੈ। ਐਡਵਰਟਾਈਜ਼, ਇਹਨੂੰ ਤੋੜ ਕੇ ਯਾਦ ਕਰੋ, AD, ਐਡਵਰ। ਮੈਂ ਪੈਨ ਲੈ ਲਾਂ ਇੱਥੇ। ਓਕੇ, ਦਿਖ ਨਹੀਂ ਰਿਹਾ ਫਿਰ, ਹੈ ਨਾ, ਵੇਟ ਕਰੋ। ADVERTISE, ਐਡਵਰਟਾਈਜ਼। ਐਡਵਰਟਾਈਜ਼, ਮਸ਼ਹੂਰੀ ਕਰਨਾ। ਨੈਕਸਟ ਹੈ ਹੈਂਡਫੁੱਲ। ਹੈਂਡਫੁੱਲ ਮੀਨਸ ਮੁੱਠੀ ਭਰ। ਕੀ ਇਹਦਾ ਮੀਨਿੰਗ ਲਿਖਣਾ ਸੀ? ਮੁੱਠੀ ਭਰ। ਇਹ ਇੱਕ ਕੀ ਆ? ਐਡਜੈਕਟਿਵ ਆ ਬੇਟਾ, ਠੀਕ ਆ। ਜਿੰਨੀ ਚੀਜ਼ ਕੋਈ ਸਾਡੇ ਹੱਥ ਵਿੱਚ ਆ ਜਾਂਦੀ ਆ, ਉਹਨੂੰ ਅਸੀਂ ਮੁੱਠੀ ਭਰ ਬੋਲ ਸਕਦੇ ਹਾਂ। ਨੈਕਸਟ ਵਰਡ ਹੈਗਾ ਬੈਟਰੀਨੇਰੀਅਨ। ਹੁਣ ਇਹਨੂੰ ਯਾਦ ਕਰਨਾ ਤੋੜ ਕੇ, ਅਤੇ ਬੋਲਣ 'ਚ ਵੀ ਸੌਖਾ ਰਹੂ। ਰੀ ਬਣ ਗਿਆ। ਫਿਰ ਰੀਅਨ, ਇਹਦੇ ਐਨੇ ਟੋਟੇ ਕਰੋਗੇ ਅਤੇ ਫਿਰ ਸਪੈਲਿੰਗ ਯਾਦ ਕਰਨ 'ਚ ਵੀ ਈਜ਼ੀ ਰਹੂਗਾ ਅਤੇ ਬੋਲਣ ਦੇ ਵਿੱਚ ਵੀ। ਪਹਿਲਾਂ ਕੀ ਬਣਾ ਲਿਆ ਤੁਸੀਂ? ਵੈਟੀ, BETE। ਫਿਰ RE, ਨਾ RI, ਠੀਕ। ਫਿਰ ਨੇ, NA। ਫਿਰ RI, ਫਿਰ AN, ਠੀਕ ਆ। ਵੈਟੀਰੀਨੇਰੀਅਨ, ਠੀਕ ਹੈ। ਇਹਦਾ ਮਤਲਬ ਹੁੰਦਾ ਪਸ਼ੂਆਂ ਦਾ ਡਾਕਟਰ ਜਾਂ ਡੰਗਰ ਡਾਕਟਰ, ਹੈ ਨਾ। ਸੋ ਆਪਾਂ ਹੁਣ ਅਗਲਾ ਦੇਖਦੇ ਹਾਂ, ਕ੍ਰਿਪਲਡ। CRIPPLED, ਕ੍ਰਿਪਲਡ ਮੀਨਸ ਅਪਾਹਿਜ ਜਾਂ ਅਪੰਗ। ਨੋਟ ਡਾਊਨ ਕਰ ਲਿਆ। ਚਲੋ ਨੈਕਸਟ ਥਰਡ ਸੈਟ 'ਤੇ ਚੱਲਦੇ ਹਾਂ ਆਪਾਂ ਹੁਣ। ਅਟੈਂਸ਼ਨ, ਇੰਟੈਂਸ਼ਨ। ਇਹਨੂੰ ਕੀ ਬੋਲਾਂਗੇ? ਅਟੈਂਸ਼ਨ ਨਹੀਂ, ਇੰਟੈਂਸ਼ਨ ਮੀਨਸ ਇਰਾਦਾ। ਇਹ ਤਾਂ ਸੌਖੇ ਨੇ ਯਾਦ ਕਰਨੇ। ਫਿਰ TEN, ਫਿਰ TION, ਇੰਟੈਂਸ਼ਨ। ਇੰਟੈਂਸ਼ਨ ਮੀਨਸ ਇਰਾਦਾ। ਇਹ ਵੀ ਇੱਕ ਨਾਊਨ ਆ ਬੇਟਾ। ਨੈਕਸਟ ਆ ਡਿਲਾਈਟ। ਡਿਲਾਈਟ, ਸੌਖਾ ਕਰਕੇ ਇਹਨੂੰ ਤੋੜ ਲਓ ਦੋ ਟੋਟਿਆਂ 'ਚ। ਡਿਲਾਈਟ ਮੈਨੇ ਖੁਸ਼ ਜਾਂ ਬਹੁਤ ਖੁਸ਼, ਹੈ ਨਾ। ਸੋ ਜਿਹੜਾ ਡਿਲਾਈਟ ਹੈ ਇਹ ਵੀ ਨਾਊਨ ਆ, ਖੁਸ਼ੀ ਜਾਂ ਖੁਸ਼। ਨੈਕਸਟ ਹੈ ਹਿਪ ਸੋਕੇਟ। ਹਿਪ ਸੋਕੇਟ, ਹਿਪ ਕੀ ਕਹਿੰਦੇ? ਆਪਣੇ ਚੂਲੇ ਨੂੰ ਕਹਿੰਦੇ ਆ ਨਾ, ਚੂਲੇ ਦਾ ਜੋੜ। ਹਿਪ ਸੋਕੇਟ, ਚੂਲੇ ਦਾ ਜੋੜ ਜਾਂ ਕਬਜ਼ਾ ਕਹਿ ਦਿੰਦੇ ਆ ਉਹਨੂੰ। ਇਹ ਵੀ ਨਾਊਨ ਆ ਬੇਟਾ, ਠੀਕ ਆ। ਨੈਕਸਟ ਹੈ ਵਰਥ। ਵਰਥ ਮੀਨਸ ਕੀਮਤ ਕਿਸੇ ਚੀਜ਼ ਦੀ।
WORTH वर्थ, वर्थ मीनस कीमत, नाउन है भी। नैक्सट देखो सैट अबाउट, सैट अबाउट एक फ्रेजल वर्ब आ। अगली एक्टिविटी च भी तुहानूं ये आऊगा। सो ਇਹਦਾ मतलब ਹੁੰਦਾ शुरू करना। स्टर तो बन गया स्टिरिंग, STIR हो जू। फिर जो स्टिरिंग बनाने ਅਸੀਂ स्टिर STIR। फिर ਹੁਣ ਇੱਥੇ ਸਟੀਅਰਿੰਗ ਲਿਖ ਰਹੇ ਹਾਂ। ਹਿਲਾਉਣ, ਸਟੀਅਰ ਮੀਨਸ ਹਿਲਾਉਣਾ। ਜਿੱਦਾਂ ਆਪਾਂ ਕਹਿੰਦੇ ਵੀ ਕੱਪ ਵਿੱਚ ਪਾਈ ਹੋਈ ਕੌਫੀ ਨੂੰ ਅਸੀਂ ਚਮਚ ਨਾਲ ਹਿਲਾਇਆ, ਸਟਰ ਕੀਤਾ ਹੈ ਨਾ। ਸੋ ਫਿਰ ਇੱਥੇ ਸਟੀਅਰਿੰਗ ਮੀਨਸ ਗਤੀਸ਼ੀਲਤਾ ਵਰਡ ਆ ਗਿਆ, ਜਿਹਦਾ ਅਸੀਂ ਇਹਦਾ ਮੀਨਿੰਗ ਲਿਖਾਂਗੇ। ਬਰੇਸ, ਬੀ ਲਾਤੀ ਰੇਸ ਦੇ ਮੂਹਰੇ, RAC ਰੇਸ ਸੀ, ਬੀ ਲੱਗ ਗਈ ਬਰੇਸ। ਬਰੇਸ ਮੀਨਸ ਸਕੰਜਾ। ਜਿਹੜਾ ਹੁਣ ਆਪਾਂ ਨੇ ਬੱਚਿਆਂ ਦਾ ਪੜ੍ਹਿਆ ਉੱਥੇ ਲੈਸਨ ਦੇ ਵਿੱਚ, ਮੁੰਡੇ ਦੀਆਂ ਲੱਤਾਂ ਖਰਾਬ ਸੀ ਤਾਂ ਉਹਨੇ ਲੱਤਾਂ ਦੇ ਆਲੇ ਦੁਆਲੇ ਇੱਕ ਸਕੰਜਾ ਪਹਿਨਿਆ ਹੋਇਆ ਸੀ ਹੈ ਨਾ। ਸੋ ਸਕੰਜਾ ਜਾਂ ਜਕੜਨ। ਨੈਕਸਟ ਸੈਂਟਸ, ਸੈਂਟ ਹੁੰਦਾ ਇੱਕ ਪੈਸੇ ਦਾ ਸਿੱਕਾ, ਠੀਕ ਆ। ਇਕੱਲਾ ਸਿੱਕਾ ਵੀ ਕਹਿ ਸਕਦੇ, ਇੱਕ ਪੈਸੇ ਦਾ ਸਿੱਕਾ ਵੀ ਕਹਿ ਸਕਦੇ ਹਾਂ। 100 ਦਾ 1 ਰੁਪਏ ਦਾ 100ਵਾਂ ਹਿੱਸਾ ਜਿੱਦਾਂ ਆਪਾਂ ਕਹਿ ਸਕਦੇ ਹਾਂ। ਇਹ ਕੈਨੇਡਾ ਅਮਰੀਕਾ 'ਚ ਸੈਂਟ ਚੱਲਦੇ ਨੇ, ਆਪਣੇ ਅੰਦਰ ਪੈਸੇ ਚੱਲਦੇ ਹੈ ਨਾ। ਡਾਲਰ ਦਾ 100ਵਾਂ ਹਿੱਸਾ ਜਾਂ ਸਿੱਕਾ ਵੀ ਕਹਿ ਸਕਦੇ ਹੋ। ਸੋ ਇਹ ਹੋ ਗਏ ਤੁਹਾਡੇ ਵਰਡ ਮੀਨਿੰਗ। ਐਕਟੀਵਿਟੀ 1 ਡਨ। ਸੋ ਹੁਣ ਐਕਟੀਵਿਟੀ 2 ਪੋਸਟ ਰੀਡਿੰਗ ਵੋਕੈਬਲਰੀ ਐਕਸਪੈਂਸ਼ਨ। ਐਕਟੀਵਿਟੀ 2 'ਚ ਕੀ ਕਰਨ ਨੂੰ ਕਿਹਾ ਜਾ ਰਿਹਾ? ਰਾਈਟ ਦਾ ਮੀਨਿੰਗ ਆਫ ਦਾ ਫੋਲੋਇੰਗ ਫਰੇਜ਼ਲ ਵਰਬਸ ਫਰੋਮ ਦੇਅਰ ਕੰਟੈਸਟ ਇਨ ਦਾ ਗਿਵਨ ਸਪੇਸ। ਸਾਨੂੰ ਇੱਥੇ ਕੁਝ ਫਰੇਜ਼ਲ ਵਰਬਸ ਦਿੱਤੇ ਗਏ ਨੇ, ਉਹਨਾਂ ਦੇ ਮੀਨਿੰਗ ਲਿਖਣ ਲਈ ਕਿਹਾ ਗਿਆ। ਹੁਣ ਇੱਥੇ ਮੀਨਿੰਗ ਅਸੀਂ ਪੰਜਾਬੀ 'ਚ ਨਹੀਂ ਲਿਖਾਂਗੇ, ਕਿਉਂਕਿ ਜੇ ਪੰਜਾਬੀ 'ਚ ਲਿਖਣ ਲਈ ਕਿਹਾ ਗਿਆ ਹੁੰਦਾ ਫਿਰ ਅਸੀਂ ਪੰਜਾਬੀ 'ਚ ਲਿਖਦੇ, ਬਟ ਇੱਥੇ ਪੰਜਾਬੀ 'ਚ ਨਹੀਂ ਲਿਖਣ ਨੂੰ ਸਾਨੂੰ ਕਿਹਾ ਗਿਆ ਹੈ ਨਾ। ਸੋ ਇਹਨਾਂ ਦਾ ਮੀਨਿੰਗ ਆਪਾਂ ਇੰਗਲਿਸ਼ ਦੇ ਵਿੱਚ ਹੀ ਲਿਖਣੇ ਆ ਨਾਲ, ਪਰ ਪੰਜਾਬੀ 'ਚ ਵੀ ਲਿਖ ਲਿਓ, ਇਕੱਲੇ ਪੰਜਾਬੀ 'ਚ ਆਨਸਰ ਨਹੀਂ ਦੇਣੇ। ਓਕੇ। ਸੈਟ ਅਬਾਊਟ ਆਪਾਂ ਹੁਣੇ ਪਿੱਛੇ ਕਰਕੇ ਹਟੇ ਹਾਂ, ਪਹਿਲੀ ਐਕਟੀਵਿਟੀ 'ਚ ਵੀ ਆਇਆ ਸੀ ਸੈਟ ਅਬਾਊਟ ਸ਼ੁਰੂ ਕਰਨਾ। ਹੁਣ ਇਹਦਾ ਜਦੋਂ ਆਪਾਂ ਇੰਗਲਿਸ਼ ਦੇ ਵਿੱਚ ਫਰੇਜ਼ਲ ਵਰਬ ਦਾ ਮੀਨਿੰਗ ਲਿਖਾਂਗੇ, ਉਹਨੂੰ ਐਕਸਪਲੇਨ ਕਰਾਂਗੇ ਸਮਝਾਉਣ ਲਈ, ਤਾਂ ਫਿਰ ਆਪਾਂ ਲਿਖਾਂਗੇ ਸਟਾਰਟ ਡੂਇੰਗ ਸਮਥਿੰਗ ਵਿਦ ਡਿਟਰਮੀਨੇਸ਼ਨ। ਕਿਸੇ ਚੀਜ਼ ਨੂੰ ਬੜੇ ਦ੍ਰਿੜ ਇਰਾਦੇ ਨਾਲ ਸ਼ੁਰੂ ਕਰਨਾ। ਸਟਾਰਟ ਡੂਇੰਗ ਸਮਥਿੰਗ ਵਿਦ ਡਿਟਰਮੀਨੇਸ਼ਨ। ਸੋ ਇਹ ਵਾਲੀ ਲਾਈਨ ਅਸੀਂ ਲਿਖਾਂਗੇ। ਓਕੇ। ਸ਼ੁਰੂ ਕਰਨ ਨੂੰ ਆਪਾਂ ਹੋਰ ਬਿਗਿਨ ਔਰ ਸਟਾਰਟ ਵੀ ਕਹਿ ਸਕਦੇ ਹਾਂ। ਜਿਹੜੇ ਬੱਚੇ ਪੂਰੀ ਲਾਈਨ ਨਹੀਂ ਯਾਦ ਕਰ ਪਾਉਣਗੇ ਉਹ ਸਟਾਰਟ ਜਾਂ ਬਿਗਿਨ ਵੀ ਯਾਦ ਕਰਕੇ ਲਿਖ ਸਕਦੇ ਨੇ, ਠੀਕ ਹੈ। ਸਿਰਫ ਉਹੀ ਜਿਹਨਾਂ ਦੀ ਪੂਰੀ ਲਾਈਨ ਯਾਦ ਨਹੀਂ ਹੁੰਦੀ। ਓਕੇ। ਓਕੇ। ਨੈਕਸਟ ਵਨ ਹੈ ਹੈਵ ਅ ਵੇ। ਹੈਵ ਅ ਵੇ ਵੀ ਇੱਕ ਫਰੇਜ਼ਲ ਵਰਬ ਆ ਅਤੇ ਇਹਦਾ ਮਤਲਬ ਹੁੰਦਾ ਢੰਗ, ਕੋਈ ਤਰੀਕਾ ਕਿਸੇ ਕੰਮ ਨੂੰ ਕਰਨ ਦਾ ਹੈ ਨਾ, ਵਧੀਆ ਤਰੀਕੇ ਨਾਲ। ਸੋ ਫਿਰ ਹੁਣ ਅਸੀਂ ਕੀ ਲਿਖਾਂਗੇ? ਟੂ ਬੀ ਏਬਲ ਟੂ ਯੂਜ਼ ਔਰ ਟੂ ਡੀਲ। ਕਿਸੇ ਚੀਜ਼ ਨੂੰ ਹੈ ਨਾ ਵਰਤੋਂ ਕਰਨ ਦੇ, ਵਧੀਆ ਤਰੀਕੇ ਨਾਲ ਵਰਤੋਂ ਕਰਨਾ, ਜਾਂ ਕਿਸੇ ਬੰਦੇ ਦੇ ਨਾਲ, ਇਹ ਤਾਂ ਚੀਜ਼ ਨੂੰ ਤਾਂ ਵਰਤੋਂ ਕਰਨ 'ਚ ਆ ਕੇ ਬੰਦੇ ਨਾਲ ਡੀਲ ਕਰਨ 'ਚ। ਵੈਲ ਐਂਡ ਇਫੈਕਟਿਵਲੀ ਕਿਸੇ ਬੰਦੇ ਨਾਲ ਬਹੁਤ ਵਧੀਆ ਢੰਗ ਨਾਲ ਡੀਲ ਕਰਨਾ, ਜਾਂ ਕਿਸੇ ਚੀਜ਼ ਨੂੰ ਬਹੁਤ ਵਧੀਆ ਢੰਗ ਨਾਲ ਵਰਤਣਾ, ਤਰੀਕੇ ਨਾਲ ਵਰਤਣਾ, ਉਹਨੂੰ ਕਹਿੰਦੇ ਹੈਵ ਅ ਵੇ। ਹੁਣ ਇਹ ਤੁਹਾਨੂੰ ਸਮਝ ਲੱਗ ਗਈ ਜਿਹੜੀ ਮੈਂ ਲਾਈਨ ਦੱਸੀ ਹੈ, ਤੁਸੀਂ ਇਹ ਸਾਰੀ ਯਾਦ ਕਰਕੇ ਲਿਖਣੀ ਆ। ਓਕੇ। ਨੈਕਸਟ ਲੁੱਕ ਡਾਊਨ। ਲੁੱਕ ਡਾਊਨ ਦਾ ਮਤਲਬ ਹੇਠਾਂ ਦੇਖਿਆ ਜਾਂ ਹੇਠਾਂ ਦੇਖਣਾ। ਹੁਣ ਆਪਾਂ ਇਹਦਾ ਯਾਦ ਕੀ ਕਰਨਾ? ਟੂ ਗਲੈਂਸ ਡਾਊਨ ਵਰਡਸ। ਟੂ ਗਲੈਂਸ GLANCE, ਗਲੈਂਸ ਡਾਊਨ ਪਿਆ ਹੀ ਉੱਥੇ ਵਰਡਸ WARDS, ਡਾਊਨ ਵਰਡਸ, ਠੀਕ। ਨੈਕਸਟ ਐਂਡ ਫੋਰਥ ਵਨ ਹੈ ਵਾਈਪ ਆਫ। ਇਹਦਾ ਮਤਲਬ ਆ ਪੂੰਝਣਾ, ਵਾਈਪ ਕਰ ਦੇਣਾ, ਠੀਕ। ਵਾਈਪ ਆਫ ਮੀਨਸ ਪੂੰਝਣਾ। ਸੋ ਫਿਰ ਇਹਦਾ ਤੁਸੀਂ ਇਹ ਨਾ, ਮੈਂ ਸਲੈਸ਼ ਪਾ ਕੇ 2 ਲਿਖਿਆ, ਦੋਨਾਂ 'ਚੋਂ ਇੱਕ ਯਾਦ ਕਰਕੇ ਲਿਖ ਦਿਓ। ਟੂ ਰਿਮੂਵ ਬਾਈ ਰਬਿੰਗ, ਜਿੱਦਾਂ ਆਪਾਂ ਫਰਸ਼ ਸਾਫ਼ ਕਰਦੇ ਹਾਂ, ਪੋਚਾ ਲਾਉਂਦੇ ਹਾਂ ਨਾ, ਰਗੜ ਰਗੜ ਕੇ ਸਾਫ਼ ਕਰਨਾ ਹੈ ਨਾ। ਟੂ ਕਲੀਨ ਬਾਈ ਯੂਜ਼ਿੰਗ ਟਾਵਲ, ਚਾਹੇ ਤਾਂ ਇਹ ਲਿਖ ਲਓ, ਚਾਹੇ ਟੂ ਰਿਮੂਵ ਬਾਈ ਰਬਿੰਗ। ਓਕੇ। ਜਿੱਦਾਂ ਹੁਣ ਆ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਇਆ ਗਿਆ ਹੈਗਾ। ਆਈ ਵਿਪਡ ਆਫ ਦਾ ਫੂਡ ਔਨ ਦਾ ਬੇਬੀਜ਼ ਫੇਸ। ਬੇਬੀ ਦੇ ਫੇਸ 'ਤੇ ਲੱਗਿਆ ਹੋਇਆ ਜਿਹੜਾ ਫੂਡ ਸੀ ਮੈਂ ਪੂੰਝ ਕੇ ਸਾਫ਼ ਕੀਤਾ। ਨੈਕਸਟ ਰੀਚ ਇਨਟੂ। ਰੀਚ ਇਨਟੂ ਦਾ ਮਤਲਬ ਹੁੰਦਾ ਅੰਦਰ ਤੱਕ ਜਾ ਕੇ ਵੇਖਣਾ ਕਿਸੇ ਚੀਜ਼ ਦੇ। ਹੁਣ ਇਹਦਾ ਲਿਖਣਾ ਕੀ ਆ? ਅਸੀਂ ਉਹ ਇਹ ਲਿਖਾਂਗੇ ਟੂ ਐਕਸਟੈਂਡ ਵਨਸ ਹੈਂਡ
ਇਨਸਾਈਡ ਆਫ ਸਮਥਿੰਗ, ਕਿਸੇ ਚੀਜ਼ ਦੇ ਵਿੱਚ ਹੱਥ ਪਾ ਕੇ ਆਪਾਂ ਅੰਦਰ ਜਾ ਕੇ ਵੇਖਣਾ। ਹੁਣ ਇਹਦੀ ਐਗਜ਼ਾਮਪਲ ਦੇਖ ਕੇ ਸਮਝੋ। ਦੇਖੋ, ਆਈ ਰੀਚਡ ਇਨ ਦਾ ਡਰਾਅਰ ਟੂ ਫਾਈਂਡ ਅ ਚਾਰਜਰ ਫॉर ਮਾਈ ਫੋਨ। ਮੈਂ ਡਰਾਅਰ ਦੇ ਵਿੱਚ ਹੱਥ ਪਾ ਕੇ ਅੰਦਰ ਤੱਕ ਚੈੱਕ ਕੀਤਾ, ਕੀ ਲੱਭਿਆ? ਚਾਰਜਰ ਲੱਭਿਆ ਆਪਣੇ ਫੋਨ ਲਈ। ਹੁਣ ਸਮਝ ਗਏ ਤੁਸੀਂ ਇਹਦਾ ਕੀ ਮੀਨਿੰਗ ਆ। ਸੋ ਉੱਪਰਲਾ ਜਿਹੜੀ ਲਾਈਨ ਲਾਈ ਆ ਉਹ ਤੁਸੀਂ ਕਰਨੀ ਆ ਬੇਟਾ ਲਰਨ। 6th ਵਨ, ਪੁੱਲ ਆਊਟ। ਪੁੱਲ ਆਊਟ ਦਾ ਮਤਲਬ ਹੁੰਦਾ ਵਿਡਰਾਅ ਕਰਨਾ ਜਾਂ ਕਿਸੇ ਚੀਜ਼ ਤੋਂ ਬਾਹਰ ਨਿਕਲਣਾ, ਕੁਇਟ ਕਰ ਦੇਣਾ, ਛੱਡ ਦੇਣਾ ਉਹਨੂੰ, ਹੈ ਨਾ। ਸੋ ਫਿਰ ਹੁਣ ਇੱਥੇ ਕੀ ਆ ਗਿਆ? ਬਾਹਰ ਕੱਢਣਾ ਦਾ ਮੀਨਿੰਗ ਤਾਂ ਆ ਗਿਆ, ਪਰ ਤੁਸੀਂ ਯਾਦ ਕੀ ਕਰਨਾ? ਵਿਡਰਾਅ। ਵਿਦ ਦੇ ਸਪੈਲਿੰਗ ਤੁਹਾਨੂੰ ਆਉਂਦੇ ਆ WITH ਮਗਰ DRAW, ਵਿਡਰਾਅ ਯਾਦ ਕਰ ਲੈਣਾ। ਓਕੇ, ਨੈਕਸਟ ਦੇਖੋ, ਹੁਣ ਇਹਨੂੰ ਸਮਝਾਇਆ ਗਿਆ ਗਾ ਐਗਜ਼ਾਮਪਲ ਦੇ ਨਾਲ। ਦ ਫਰਮ ਇਜ਼ ਪੁਲਿੰਗ ਆਊਟ ਆਫ ਦਾ ਕੰਪਿਊਟਰ ਬਿਜ਼ਨਸ, ਮਤਲਬ ਫਰਮ ਕੋਈ ਕੰਪਨੀ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਕੰਪਿਊਟਰ ਬਿਜ਼ਨਸ ਦੇ ਵਿੱਚੋਂ। ਨੈਕਸਟ ਵਨ ਆ ਹੋਲਡ ਅਪ। ਹੋਲਡ ਅਪ ਮੀਨਸ ਇਹਦੇ ਕਈ ਸਾਰੇ ਮੀਨਿੰਗ ਨੇ, ਮੈਂ ਤੁਹਾਨੂੰ ਥੱਲੇ 5 ਮੀਨਿੰਗ ਦੱਸੇ ਗਏ ਨੇ। ਟੂ ਹੋਲਡ ਸਮਥਿੰਗ ਇਨ ਹਾਈ ਪੋਜੀਸ਼ਨ ਸੋ ਦੈਟ ਇਟ ਕੈਨ ਬੀ ਸੀਨ ਟੂ ਸ਼ੋ ਸਮਥਿੰਗ। ਹੁਣ ਹੋਲਡ ਸਮਥਿੰਗ ਹਾਈ ਵੀ ਹੋ ਸਕਦਾ ਇਹਦਾ ਮੀਨਿੰਗ। ਪ੍ਰੀਵੈਂਟ ਸਮਵਨ ਸਮਥਿੰਗ ਫਰੋਮ ਫੋਲਿੰਗ, ਕਿਸੇ ਚੀਜ਼ ਨੂੰ ਡਿੱਗਣ ਜਾਂ ਰੋਕਣ ਤੋਂ ਵੀ ਹੋ ਸਕਦਾ। ਕਾਜ਼ ਅ ਡਿਲੇ, ਦੇਰੀ ਦਾ ਕਾਰਨ ਵੀ ਹੋ ਸਕਦਾ। ਸਟੀਲ ਵਾਈ, ਥ੍ਰੈਟ ਆਫ ਵਾਇਲੈਂਸ ਵੀ ਹੋ ਸਕਦਾ। ਸਟੇ ਇਨ ਗੁੱਡ ਕੰਡੀਸ਼ਨ ਵੀ ਹੋ ਸਕਦਾ। ਸੋ ਤੁਸੀਂ ਇਹਦੇ ਵਿੱਚੋਂ ਬੇਟਾ ਇਹ ਸਾਰੇ ਮੀਨਿੰਗ ਸਮਝ ਲਏ ਨੇ, ਬਟ ਤੁਸੀਂ ਫਸਟ ਵਨ ਯਾਦ ਕਰੋ, ਠੀਕ ਹੈ। ਟੂ ਹੋਲਡ ਸਮਥਿੰਗ ਇਨ ਹਾਈ ਪੋਜੀਸ਼ਨ, ਠੀਕ, ਇੱਥੇ ਤੱਕ ਇਹ ਟੂ ਹੋਲਡ ਸਮਥਿੰਗ ਇਨ ਹਾਈ ਪੋਜੀਸ਼ਨ ਤੱਕ ਯਾਦ ਕਰ ਲਓ। ਓਕੇ, ਨੈਕਸਟ ਵਨ ਹੈਗਾ ਲੈਟ ਆਊਟ। ਲੈਟ ਆਊਟ ਦਾ ਮਤਲਬ ਅਟਰ ਸਾਊਂਡ ਮੀਨਸ, ਲੈਟ ਆਊਟ ਮੀਨਸ ਆਵਾਜ਼ ਕੱਢਣੀ। ਸਾਊਂਡ ਵੀ ਆਵਾਜ਼ ਹੁੰਦੀ ਹੈ ਨਾ, ਅਟਰ ਮੀਨਸ ਕੱਢਣੀ। ਸੋ UTTER ਅਟਰ SOUND ਸਾਊਂਡ, ਇਹ ਤੁਸੀਂ ਯਾਦ ਕਰੋਗੇ ਔਰ ਲਿਖੋਗੇ, ਸਮਝੋ ਇਹਨੂੰ। ਹੀ ਲੈਟ ਆਊਟ ਅ ਲੌਂਗ ਬਰੀਥ, ਉਹਨੇ ਇੱਕ ਡੂੰਘੀ ਸਾਹ ਲਿਆ ਅਤੇ ਉਹਦੀ ਆਵਾਜ਼ ਕੱਢੀ ਡੂੰਘੀ ਸਾਹ ਲੈ ਕੇ, ਹੈ ਨਾ। ਨੈਕਸਟ ਵਨ ਆ ਮੇਕ ਅ ਵੇ। ਹੁਣ ਇੱਥੇ ਹੈਗਾ ਅਲਾਓ ਰੂਮ ਫॉर ਸਮਵਨ, ਇਹਦਾ ਮਤਲਬ ਕੀ ਆ? ਕਿਸੇ ਨੂੰ ਜਗ੍ਹਾ ਦੇਣੀ, ਥਾਂ ਦੇਣੀ। ਹੁਣ ਇਹਦੇ ਮੂਵ ਅਸਾਈਡ ਵੀ ਕਹਿ ਸਕਦੇ ਹਾਂ, ਵੀ ਪਾਸੇ ਨੂੰ ਹਟ ਜਾਣਾ। ਕਲੀਅਰ ਦਾ ਵੇ, ਰਸਤਾ ਸਾਫ਼ ਕਰਨਾ ਵੀ ਉਸਦਾ। ਰੂਮ, ਮੇਕ ਆ ਰੂਮ, ਕਿਸੇ ਲਈ ਜਗ੍ਹਾ ਬਣਾਉਣੀ ਵੀ ਹੋ ਸਕਦਾ। ਹੁਣ ਇਹਨਾਂ 'ਚੋਂ ਜਿਹੜਾ ਤੁਹਾਨੂੰ ਸੌਖਾ ਲੱਗੇ ਉਹਨੂੰ ਯਾਦ ਕਰਕੇ ਤੁਸੀਂ ਲਿਖ ਦੇਣਾ। ਚਾਰਾਂ 'ਚੋਂ ਮੈਂ ਸਲੈਸ਼ ਪਾਈ ਆ ਨਾ। ਓਕੇ, ਮੈਂ ਜਿੱਥੇ ਸਲੈਸ਼ ਪਾਈ ਹੁੰਦੀ ਆ ਮੈਂ ਟੇਢੀ ਵਾਲੀ ਲਾਈਨ, ਉਹਦਾ ਮਤਲਬ ਇਹ ਜਾਂ ਇਹ, ਹੈ ਨਾ। ਸੋ ਇੱਥੇ ਤੁਹਾਡੇ ਕੋਲ ਪਹਿਲਾ ਆ ਗਿਆ ਅਲਾਓ ਰੂਮ ਫॉर ਸਮਵਨ, ਦੂਜਾ ਆ ਗਿਆ ਮੂਵ ਅਸਾਈਡ, ਤੀਜਾ ਕਲੀਅਰ ਦਾ ਵੇ, ਫੋਰਥ ਵਨ ਆ ਗਿਆ ਮੇਕ ਆ ਰੂਮ। ਜਿਹੜਾ ਤੁਹਾਨੂੰ ਸਹੀ ਲੱਗਦਾ, ਯਾਦ ਹੁੰਦਾ, ਸੌਖਾ ਹੋ ਯਾਦ ਕਰਕੇ ਤੁਸੀਂ ਲਿਖ ਦੇਣਾ। ਐਗਜ਼ਾਮਪਲ ਸਮਝੋ। ਅ ਨੰਬਰ ਆਫ ਹਾਊਸਿਸ ਵੁੱਡ ਹੈਵ ਟੂ ਬੀ ਡਿਮੋਲਿਸ਼ਡ ਟੂ ਮੇਕ ਵੇ ਫॉर ਦ ਨਿਊ ਬਿਲਡਿੰਗ, ਮਤਲਬ ਨੰਬਰ ਆਫ ਹਾਊਸਿਸ, ਕਾਫੀ ਸਾਰੇ ਘਰਾਂ ਨੂੰ ਡਿਮੋਲਿਸ਼ ਮੀਨਸ ਢਾਹ ਢੇਰੀ ਕਰ ਦਿੱਤਾ ਗਿਆ ਨਵੀਂ ਬਿਲਡਿੰਗ ਦੇ ਲਈ, ਜਗ੍ਹਾ ਬਣਾਉਣ ਲਈ। ਨਵੀਂ ਬਿਲਡਿੰਗ ਬਣਾਉਣੀ ਸੀ, ਇਸ ਲਈ ਉਹਨਾਂ ਘਰਾਂ ਨੂੰ ਉੱਥੋਂ ਢਾਹਿਆ ਗਿਆ। ਸੋ ਇਹ ਹੋ ਗਿਆ 9th ਵਨ। 10th ਸਟੈਪ ਬੈਕ, ਪਿੱਛੇ ਹਟਣਾ ਜਾਂ ਸਟੈਪ ਬੈਕ ਤਾਂ ਤੁਸੀਂ ਸਿੱਧੇ ਹੀ ਸਮਝਦੇ ਹੋ। ਸਟੈਪ ਮੀਨਸ ਪਿੱਛੇ, ਬੈਕ ਮੀਨਸ ਪਿੱਛੇ, ਸਟੈਪ ਮੀਨਸ ਪੈਰ ਚੱਕਣਾ ਨਾ, ਪਿੱਛੇ ਪੈਰ ਚੱਕਣਾ ਜਾਣੀ ਪਿੱਛੇ ਹਟ ਕੇ ਕੁਝ ਸੋਚਣਾ। ਟੂ ਮੂਵ ਅਵੇ ਫਰੋਮ ਸਮਵਨ, ਕਿਸੇ ਤੋਂ ਪਰੇ ਚਲੇ ਜਾਣਾ। ਜਾਂ ਮੈਂਟਲੀ ਵਿਡਰਾਅ ਫਰੋਮ ਅ ਸਿਚੁਏਸ਼ਨ ਇਨ ਆਰਡਰ ਟੂ ਕੰਸੀਡਰ ਇਟ ਆਬਜੈਕਟਿਵਲੀ ਮੀਨਸ ਮਾਨਸਿਕ ਤੌਰ 'ਤੇ ਕਿਸੇ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਪਿੱਛੇ ਹਟਾ ਲੈਣਾ ਤਾਂ ਕਿ ਉਹਨੂੰ ਹੋਰ ਚੰਗੀ ਤਰੀਕੇ ਨਾਲ ਦੇਖਿਆ ਔਰ ਸਮਝਿਆ ਜਾ ਸਕੇ। ਸੋ ਇਹਦੀ ਐਗਜ਼ਾਮਪਲ ਦੇਖੋ। ਆਈ ਹੈਵ had to step back and take an honest look at my way of working। ਮੈਂ ਇਸ ਲਈ ਕਹਿੰਦੇ ਪਿੱਛੇ ਹਟ ਗਿਆ ਤਾਂ ਕਿ ਮੈਂ ਇੱਕ ਇਮਾਨਦਾਰੀ ਨਾਲ ਇਹ ਆਪਣੇ ਕੰਮ ਕਰਨ ਦਾ ਢੰਗ ਜਾਂ ਜਿਹੜਾ ਮੈਂ ਆਪਦਾ ਕੰਮ ਕਰ ਰਿਹਾ ਉਹਨੂੰ ਮੈਂ ਬਾਚ ਕਰ ਸਕਾਂ, ਵੇਖ ਸਕਾਂ, ਹੈ ਨਾ। ਸੋ ਇਹ ਹੋ ਗਿਆ ਇਹਦਾ। ਤੁਸੀਂ ਜਾਂ ਤਾਂ ਮੈਂਟਲੀ ਵਿਡਰਾਅ ਫਰੋਮ ਅ ਸਿਚੁਏਸ਼ਨ ਇਨ ਆਰਡਰ ਟੂ ਕੰਸੀਡਰ ਇਟ ਆਬਜੈਕਟਿਵਲੀ ਯਾਦ ਕਰਕੇ ਲਿਖੋ, ਜਾਂ ਉੱਪਰ ਵਾਲਾ ਟੂ ਮੂਵ ਅਵੇ ਫਰੋਮ ਸਮਵਨ। ਓਕੇ, 11th ਵਨ ਕੈਚਅਪ। ਕੈਚਅਪ ਮੀਨਸ ਕਿਸੇ ਨਾਲ ਰਲਣਾ, ਜਿੱਦਾਂ ਕੋਈ ਸਾਤੋਂ ਅੱਗੇ ਨਿਕਲ ਗਿਆ, ਕੋਈ ਅੱਗੇ ਜਾ ਰਿਹਾ, ਹੈ ਨਾ, ਜਾਂ ਉਹ ਅੱਗੇ ਜਾ ਰਿਹਾ ਤਾਂ ਮੀਨਸ ਇਹ ਨਹੀਂ ਵੀ ਤੁਰ ਕੇ ਵਾਲਾ ਹੀ ਸਿਸਟਮ ਹੈ ਇੱਥੇ, ਹੈ ਨਾ, ਵੀ ਤੁਰ ਕੇ ਸਾਤੋਂ ਅੱਗੇ ਨਿਕਲ ਗਿਆ।
ਜਾਂ ਇੱਥੇ ਹੁਣ ਕੈਚ ਅਪ ਤਾਂ ਮੀਨਸ ਹਰ ਇੱਕ ਕਾਸੇ 'ਚ ਹੀ ਆ ਹੈ ਨਾ। ਜਿੱਦਾਂ ਹੁਣ ਕਿਸੇ ਨੇ ਸਾਤੋਂ ਮੂਹਰੇ ਵੱਧ ਸਿਲੇਬਸ ਡਨ ਕਰ ਲਿਆ ਹੈ ਨਾ, ਉਹਨੇ ਕਾਪੀਆਂ ਕੰਪਲੀਟ ਕਰ ਲਈਆਂ, ਤੁਹਾਡੀਆਂ ਹਜੇ ਰਹਿੰਦੀਆਂ ਨੇ, ਤੁਸੀਂ ਕੈਚ ਅਪ ਕਰਨਾ, ਉਹਨੂੰ ਉਹਦੇ ਨਾਲ ਰਲਣਾ, ਉਹਨੂੰ ਪਕੜਨਾ ਦਾ ਮੀਨਸ ਫਿਜ਼ੀਕਲ ਨਹੀਂ ਪਕੜਨਾ, ਮੀਨਸ ਉਹਦੇ ਨਾਲ ਰਲਣਾ। ਜਿੰਨਾ ਕੰਮ ਉਹਨੇ ਕਰ ਲਿਆ ਤੁਸੀਂ ਵੀ ਕਰਨਾ। ਸੋ ਇਹਦਾ ਮਤਲਬ ਹੈ ਸਕਸੀਡ ਇਨ ਰੀਚਿੰਗ ਸਮਵਨ ਹੂ ਇਜ਼ ਅ ਹੈਡ ਆਫ ਵਨ। ਉਹਦੇ ਨਾਲ ਰਲਣਾ, ਅਗਲੇ ਵਿਅਕਤੀ ਨੂੰ ਪਕੜਨ ਦੀ ਕੋਸ਼ਿਸ਼ ਕਰਨੀ, ਮੀਨਸ ਜਿਹੜਾ ਸਾਥੋਂ ਅੱਗੇ ਆ, ਠੀਕ, ਉਹਦੇ ਨਾਲ ਰਲਣ ਦੀ ਕੋਸ਼ਿਸ਼ ਕਰਨੀ ਹੈ, ਕੈਚਅਪ ਕਰਨਾ ਉਹਦੇ ਨਾਲ। ਜਿੰਨਾ ਉਹਨੇ ਯਾਦ ਕਰ ਲਿਆ, ਜਿੰਨਾ ਉਹਨੇ ਲਿਖ ਲਿਆ, ਅਸੀਂ ਵੀ ਓਨਾ ਕਰ ਲਈਏ, ਠੀਕ ਹੈ। ਸੋ ਇਹ ਸੀ ਤੁਹਾਡੀ ਐਕਟੀਵਿਟੀ ਨੰਬਰ ਬੇਟਾ 2। ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਊਗੀ ਐਕਟੀਵਿਟੀ। ਸੋ ਬਣੇ ਰਹਿਣਾ ਚੈਨਲ ਦੇ ਨਾਲ। ਥੈਂਕਸ ਫॉर ਵਾਚਿੰਗ ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ। ਨੈਕਸਟ ਵੀਡੀਓ ਦੇ ਵਿੱਚ ਨੈਕਸਟ ਐਕਟੀਵਿਟੀਜ਼ ਸੋਲਵ ਕਰਾਂਗੇ। ਤਦ ਤੱਕ ਤੁਸੀਂ ਇਹਨਾਂ ਨੂੰ ਲਰਨ ਕਰੋ ਔਰ ਰਾਈਟ ਡਾਊਨ ਕਰੋ ਬੇਟਾ। ਬਾਏ ਬਾਏ।